ਨੈਕਸਟ ਅਸੀਂ ਇਕਨੋਮਿਕ ਸੈਕਟਰ ਦੀ 2 ਪਾਰਟਸ ਵਿੱਚ ਡਿਵੀਜ਼ਨ ਕੀਤੀ ਹੈ। ਇੰਪਲੋਇਮੈਂਟ ਦੇ ਅਕੋਰਡਿੰਗ ਅਸੀਂ ਇਕਨੋਮਿਕਸ ਸੈਕਟਰ ਦੀ 2 ਪਾਰਟਸ ਵਿੱਚ ਡਿਵੀਜ਼ਨ ਕਰ ਸਕਦੇ ਹਾਂ। ਵਨ ਇਜ਼ ਆਰਗੇਨਾਈਜ਼ਡ ਸੈਕਟਰ ਐਂਡ ਅਨਦਰ ਇਜ਼ ਅਨਆਰਗੇਨਾਈਜ਼ਡ ਸੈਕਟਰ। ਆਰਗੇਨਾਈਜ਼ਡ ਮੀਨਸ ਸੰਗਠਿਤ, ਮੀਨਸ ਜਿਸ ਸੈਕਟਰ ਦੇ ਵਿੱਚ ਕੋਈ ਪਾਰਟੀਕੂਲਰ ਨੋਰਮਸ ਫੋਲੋ ਕੀਤੇ ਜਾਂਦੇ ਹੋਣ। ਅਨਆਰਗੇਨਾਈਜ਼ਡ ਸੈਕਟਰ ਮੀਨਸ ਅਸੰਗਠਿਤ, ਮੀਨਸ ਉਹ ਸੈਕਟਰ ਜਿਸ ਵਿੱਚ ਕੋਈ ਵੀ ਪਾਰਟੀਕੂਲਰ ਨੋਰਮਸ ਫੋਲੋ ਨਹੀਂ ਕੀਤੇ ਜਾਂਦੇ। ਆਰਗੇਨਾਈਜ਼ਡ ਸੈਕਟਰ ਵਿੱਚ ਸਾਰੀਆਂ ਐਕਟੀਵਿਟੀਜ਼ ਗੌਰਮੈਂਟ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਕੀਤੀਆਂ ਜਾਂਦੀਆਂ ਹਨ। ਬਟ ਅਨਆਰਗੇਨਾਈਜ਼ਡ ਲਾਅਸ ਤੋਂ ਬਚਦਾ ਰਹਿੰਦਾ ਹੈ। ਇਸ ਸੈਕਟਰ ਵਿੱਚ ਗੌਰਮੈਂਟ ਵੱਲੋਂ ਬਣਾਏ ਗਏ ਰੂਲ ਐਂਡ ਰੈਗੂਲੇਸ਼ਨ ਫੋਲੋ ਨਹੀਂ ਕੀਤੇ ਜਾਂਦੇ। ਨੈਕਸਟ ਅਸੀਂ ਵੇਖਦੇ ਹਾਂ ਕਿ ਇਹਨਾਂ ਦੋਨਾਂ ਸੈਕਟਰ ਵਿੱਚ ਹੋਰ ਕੀ ਡਿਫਰੈਂਸਿਸ ਹੁੰਦੇ ਹਨ। ਆਰਗੇਨਾਈਜ਼ਡ ਸੈਕਟਰ ਵਾਲੀ ਸਾਈਡ 'ਤੇ ਫਸਟ ਪੁਆਇੰਟ ਆ ਜਾਂਦਾ ਹੈ ਕਿ ਕੰਮ ਕਰਨ ਦੇ ਘੰਟੇ ਨਿਸ਼ਚਿਤ ਕੀਤੇ ਹੁੰਦੇ, ਮੀਨਸ ਪਰਟੀਕੂਲਰ ਟਾਈਮ ਹੁੰਦਾ ਕਿ ਕਿਸ ਸਮੇਂ ਡਿਊਟੀ ਸ਼ੁਰੂ ਹੋਣੀ ਹੈ ਅਤੇ ਕਿਸ ਟਾਈਮ 'ਤੇ ਡਿਊਟੀ ਜਿਹੜੀ ਖਤਮ ਹੋ ਜਾਵੇਗੀ। ਬਟ ਦੂਸਰੀ ਸਾਈਡ ਅਨਆਰਗੇਨਾਈਜ਼ਡ ਸੈਕਟਰ ਵਿੱਚ ਦੇਖਿਆ ਜਾਵੇ, ਇੱਥੇ ਸਾਡੇ ਕੰਮ ਕਰਨ ਦਾ ਸਮਾਂ ਫਿਕਸਿਸ ਨਹੀਂ ਹੁੰਦਾ ਅਤੇ ਵਰਕਰ ਦਾ ਮਾਲਕ ਆਪਣੀ ਮਰਜ਼ੀ ਨਾਲ ਕੰਮ ਕਰਾਉਂਦਾ ਹੈ। ਜੇਕਰ ਕੰਮ ਜ਼ਿਆਦਾ ਹੁੰਦਾ ਹੈ ਤਾਂ ਉਹ ਵਰਕਰ ਨੂੰ ਜ਼ਿਆਦਾ ਸਮਾਂ ਆਪਣੇ ਕੋਲ ਰੱਖ ਸਕਦਾ ਹੈ। ਸੈਕਿੰਡ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ, ਅਗਰ ਆਰਗੇਨਾਈਜ਼ ਸੈਕਟਰ ਵਿੱਚ ਐਮਪਲੋਈ ਓਵਰ ਟਾਈਮ ਲਾਉਂਦਾ ਹੈ ਤਾਂ ਉਸ ਨੂੰ ਇਸ ਦੇ ਪੈਸੇ ਮਿਲਦੇ ਹਨ। ਬਟ ਅਗਰ ਅਨਆਰਗੇਨਾਈਜ਼ ਸੈਕਟਰ ਵਿੱਚ ਕੋਈ ਵਰਕਰ ਓਵਰ ਟਾਈਮ ਲਗਾਉਂਦਾ ਹੈ ਤਾਂ ਉਸ ਨੂੰ ਓਵਰ ਟਾਈਮ ਦਾ ਕੋਈ ਪੈਸਾ ਨਹੀਂ ਮਿਲਦਾ। ਥਰਡ ਪੁਆਇੰਟ ਸਾਡੇ ਕੋਲ ਆਉਂਦਾ ਹੈ ਕਿ ਆਰਗੇਨਾਈਜ਼ ਸੈਕਟਰ ਵਿੱਚ ਜੋ ਸਾਡੀ ਸਿਲੈਕਸ਼ਨ ਹੁੰਦੀ ਹੈ ਤਾਂ ਸਾਨੂੰ ਅਪੁਆਇੰਟਮੈਂਟ ਲੈਟਰ ਮੀਨਸ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ। ਬਟ ਅਨਆਰਗੇਨਾਈਜ਼ ਸੈਕਟਰ ਵਿੱਚ ਸਾਨੂੰ ਕੋਈ ਵੀ ਅਪੁਆਇੰਟਮੈਂਟ ਲੈਟਰ ਨਹੀਂ ਦਿੱਤੀ ਜਾਂਦੀ। ਫੋਰਥ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ, ਆਰਗੇਨਾਈਜ਼ ਸੈਕਟਰ ਵਿੱਚ ਅਪੁਆਇੰਟਡ ਐਮਪਲੋਈ ਨੂੰ ਇੱਕ ਫਿਕਸਡ ਡੇਟ 'ਤੇ ਸੈਲਰੀ ਮਿਲ ਜਾਂਦੀ ਹੈ, ਜਦ ਕਿ ਅਨਆਰਗੇਨਾਈਜ਼ ਸੈਕਟਰ ਵਿੱਚ ਕੰਮ ਕਰਨ ਵਾਲੇ ਐਮਪਲੋਈ ਨੂੰ ਕੋਈ ਨਿਸ਼ਚਿਤ ਨਹੀਂ ਹੁੰਦਾ ਕਿ ਮੈਨੂੰ ਸੈਲਰੀ ਕਦੋਂ ਪ੍ਰਾਪਤ ਹੋਵੇਗੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗੌਰਮੈਂਟ ਕੰਟਰੋਲ। ਇਸ ਦੇ ਵਿੱਚ ਆਰਗੇਨਾਈਜ਼ ਸੈਕਟਰ ਵਾਲੀ ਸਾਈਡ 'ਤੇ ਫਸਟ ਪੁਆਇੰਟ ਹੈ ਸਾਡੇ ਕੋਲ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਰਗੇਨਾਈਜ਼ ਸੈਕਟਰ ਗੌਰਮੈਂਟ ਦੇ ਅੰਡਰ ਹੁੰਦਾ ਹੈ, ਕਿ ਇਸ ਦੇ ਉੱਪਰ ਜੋ ਵੀ ਇਹਦੇ ਰੂਲ ਰੈਗੂਲੇਸ਼ਨ ਉਹ ਗੌਰਮੈਂਟ ਨੇ ਆਪ ਖੁਦ ਬਣਾਏ ਹੁੰਦੇ ਆ, ਜਦ ਕਿ ਅਨਆਰਗੇਨਾਈਜ਼ ਸੈਕਟਰ ਦੇ ਉੱਪਰ ਗੌਰਮੈਂਟ ਦਾ ਕੋਈ ਕੰਟਰੋਲ ਨਹੀਂ ਹੁੰਦਾ। ਸੈਕਿੰਡ ਪੁਆਇੰਟ ਆ ਜਾਂਦਾ ਕਿ ਐਮਪਲੋਈ ਲਈ ਜੋ ਰੂਲ ਰੈਗੂਲੇਸ਼ਨ ਬਣਾਏ ਜਾਂਦੇ ਉਹਨਾਂ ਸਾਰਿਆਂ ਨੂੰ ਕੌਨਸਟੀਟਿਊਸ਼ਨ ਦੇ ਅਨੁਸਾਰ ਬਣਾਇਆ ਜਾਂਦਾ ਹੈ। ਸੈਕਿੰਡ ਸਾਈਡ 'ਤੇ ਪੁਆਇੰਟ ਆ ਜਾਂਦਾ ਹੈ ਕਿ ਇਸ ਸੈਕਟਰ ਵਿੱਚ ਰੂਲਸ ਰੈਗੂਲੇਸ਼ਨ ਫੋਲੋ ਨਹੀਂ ਕੀਤੇ ਜਾਂਦੇ। ਨੈਕਸਟ ਆ ਜਾਂਦਾ ਹੈ ਜੋਬ ਸਿਕਿਉਰਿਟੀ। ਜੋਬ ਸਿਕਿਉਰਿਟੀ ਕੀ ਹੈ? ਆਰਗੇਨਾਈਜ਼ ਸੈਕਟਰ ਵਿੱਚ ਜੋਬ ਸੁਰੱਖਿਅਤ ਹੁੰਦੀ ਹੈ ਸਾਡੀ, ਮੀਨਸ ਜਦੋਂ ਤੱਕ ਅਸੀਂ ਨਿਸ਼ਚਿਤ ਰੂਲਸ ਰੈਗੂਲੇਸ਼ਨ ਅਧੀਨ ਆਪਣੀ ਡਿਊਟੀ ਕਰਦੇ ਰਹਿੰਦੇ ਹਾਂ ਸਾਨੂੰ ਕੋਈ ਵੀ ਨੌਕਰੀ ਤੋਂ ਨਹੀਂ ਕੱਢ ਸਕਦਾ। ਪਰ ਅਨਆਰਗੇਨਾਈਜ਼ ਸੈਕਟਰ ਵਿੱਚ ਐਮਪਲੋਈ ਨੂੰ ਕਿਸੇ ਵੀ ਸਮੇਂ ਜੋਬ ਛੱਡਣ ਲਈ ਆਖਿਆ ਜਾ ਸਕਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸੋਸ਼ਲ ਸਿਕਿਉਰਿਟੀ ਬੈਨੀਫਿਟਸ, ਮੀਨਸ ਸਮਾਜਿਕ ਸੁਰੱਖਿਆ ਲਾਭ। ਆਰਗੇਨਾਈਜ਼ ਸੈਕਟਰ ਵਿੱਚ ਫਸਟ ਪੁਆਇੰਟ ਆ ਜਾਂਦਾ ਇਸ ਸਾਈਡ 'ਤੇ ਕਿ ਇਸ ਸੈਕਟਰ ਵਿੱਚ ਕੰਮ ਕਰਨ ਵਾਲੇ ਐਮਪਲੋਈ ਨੂੰ ਪੇਡ ਲੀਵ ਦਿੱਤੀ ਜਾਂਦੀ ਹੈ। ਪੇਡ ਲੀਵ ਮੀਨਸ ਡਿਊਟੀ ਨਾ ਹੋਣ ਦੇ ਬਾਵਜੂਦ ਵੀ ਸੈਲਰੀ ਮਿਲ ਜਾਣਾ। ਐਗਜ਼ਾਮਪਲ ਲਈ ਕੋਈ ਸੀਜ਼ਨਲ ਵਕੇਸ਼ਨ ਆ ਗਈਆਂ ਜਾਂ ਆਪ ਛੁੱਟੀ ਲੈਣੀ ਪਈ, ਜਿਵੇਂ ਸੋਲਜਰ ਲੈ ਕੇ ਆਉਂਦੇ ਆ ਉਹਨਾਂ ਨੂੰ ਵੈਕਡ ਪੀਰੀਅਡ ਦੇ ਦੌਰਾਨ ਵੀ ਸੈਲਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵੀ ਇਲਨੈਸ ਦੌਰਾਨ ਸਿਕ ਲੀਵ, ਪੈਨਸ਼ਨ, ਇਲਾਜ ਲਈ ਮੈਡੀਕਲ ਦੀ ਫੈਸਿਲਿਟੀ ਐਕਸੈਕਟਰਾ ਫੈਸਿਲਿਟੀਜ਼ ਇਹਨਾਂ ਵਰਕਰ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਬਟ ਅਨਆਰਗੇਨਾਈਜ਼ ਸੈਕਟਰ ਵਿੱਚ ਇਹ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ। ਸੋ ਇਹ ਸਨ ਇਹਨਾਂ ਦੋਨਾਂ ਸੈਕਟਰ ਵਿੱਚ ਕੁਝ ਡਿਫਰੈਂਸਿਸ। ਨੈਕਸਟ ਅਸੀਂ ਰੀਡ ਕਰਨਾ ਹੈ ਹਾਊ ਟੂ ਪ੍ਰੋਟੈਕਟ ਵਰਕਰਸ ਇਨ ਅਨਆਰਗੇਨਾਈਜ਼ਡ ਸੈਕਟਰ, ਮੀਨਸ ਜੋ ਵਰਕਰਸ ਅਨਆਰਗੇਨਾਈਜ਼ਡ ਸੈਕਟਰ ਵਿੱਚ ਵਰਕ ਕਰ ਰਹੇ ਨੇ, ਕੰਮ ਕਰਦੇ ਨੇ, ਉਹਨਾਂ ਨੂੰ ਕਿਵੇਂ ਸੁਰੱਖਿਅਤ ਦਿੱਤੀ ਜਾ ਸਕਦੀ ਹੈ। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਦੱਸਿਆ ਗਿਆ ਹੈ ਕਿ ਆਰਗੇਨਾਈਜ਼ ਸੈਕਟਰ ਵਿੱਚ ਜੋਬ ਸਿਕਿਉਰਿਟੀ ਹੁੰਦੀ ਹੈ, ਪਰ ਬਹੁਤ ਘੱਟ ਓਪਰਚੁਨਿਟੀਜ਼ ਮਿਲਦੀਆਂ ਜਿਨ੍ਹਾਂ ਲੋਕਾਂ ਨੂੰ ਆਰਗੇਨਾਈਜ਼ ਸੈਕਟਰ ਵਿੱਚ ਜੋਬ ਮਿਲ ਜੇ। ਵੈਸੇ ਵੀ ਇਸ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ 1990 ਤੋਂ ਬਾਅਦ 1990 ਤੋਂ ਬਾਅਦ ਆਰਗੇਨਾਈਜ਼ ਸੈਕਟਰ ਵਿੱਚ ਜੋਬਸ ਲਗਾਤਾਰ ਘੱਟ ਰਹੀਆਂ ਨੇ, ਮਤਲਬ ਆਰਗੇਨਾਈਜ਼ ਸੈਕਟਰ ਵੀ ਅਨਆਰਗੇਨਾਈਜ਼ ਸੈਕਟਰ ਵਿੱਚ ਮਰਜ ਕੀਤੇ ਜਾ ਰਹੇ ਨੇ, ਕਿਉਂਕਿ ਅਨਆਰਗੇਨਾਈਜ਼ ਸੈਕਟਰ ਵਿੱਚ ਕੋਈ ਜ਼ਿਆਦਾ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰਨੇ ਪੈਂਦੇ। ਕੁਝ ਕਲੈਵਰਨੈਸ ਵਰਤ ਕੇ ਲੋਕ ਆਪਣਾ ਟੈਕਸ ਵੀ ਬਚਾ ਲੈਂਦੇ ਹਨ। ਇਸ ਦੀ ਸਾਡੇ ਕੋਲ ਇੱਕ ਫਰੈਸ਼ ਐਗਜ਼ਾਮਪਲ ਹੈਗੀ ਕਿ ਪਿਛਲੇ ਕੁਝ ਮੰਥਸ ਦੇ ਵਿੱਚ ਗੌਰਮੈਂਟ ਨੇ ਬਹੁਤ ਸਾਰੀਆਂ ਬੈਂਕਸ ਨੂੰ ਆਪਸ ਵਿੱਚ ਮਰਜ ਕਰ ਦਿੱਤਾ, ਜਾਂ ਕੁਝ ਏਅਰਪੋਰਟਸ ਹੈ ਜੋ ਉਹ ਸਾਡੇ ਪ੍ਰਾਈਵੇਟ ਕੰਪਨੀਜ਼ ਨੂੰ ਦੇ ਦਿੱਤੇ ਗਏ। ਰੇਲਵੇ ਟੈਕਸ ਦੇ ਉੱਪਰ ਵੀ ਕੁਝ ਪ੍ਰਾਈਵੇਟ ਰੇਲਵੇ ਟ੍ਰੇਨਸ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਹ ਸਾਰੇ ਜੋ ਆਰਗੇਨਾਈਜ਼ ਸੈਕਟਰ ਹੁੰਦੇ ਆ ਉਹਨਾਂ ਨੂੰ ਹੌਲੀ ਹੌਲੀ ਅਨਆਰਗੇਨਾਈਜ਼ ਸੈਕਟਰ ਵਿੱਚ ਚੇਂਜ ਸ਼ਿਫਟ ਕੀਤਾ ਜਾ ਰਿਹਾ ਹੈ, ਜਿਸ ਨਾਲ ਆਰਗੇਨਾਈਜ਼ ਸੈਕਟਰ ਵਿੱਚ ਜੋਬ ਓਪਰਚੁਨਿਟੀਜ਼
ਹੋਰ ਘੱਟ ਹੋ ਰਹੀ ਹੈ। ਨੈਕਸਟ ਪੇਜ ਨੰਬਰ 32 ਸੈਕੰਡ ਰੋ ਦੇ ਵਿੱਚ ਸਾਨੂੰ ਸਟਾਰਟਿੰਗ ਦੇ ਵਿੱਚ ਇੱਕ ਕੁਐਸਚਨ ਪੁੱਟ ਕੀਤਾ ਗਿਆ ਹੈ, ਹੂ ਆਰ ਦੀਜ਼ ਵਲਨਰੇਬਲ ਪੀਪਲ ਹੂ ਨੀਡ ਪ੍ਰੋਟੈਕਸ਼ਨ। ਵਲਨਰੇਬਲ ਹੁੰਦਾ ਹੈ ਕਮਜ਼ੋਰ। ਕੁਐਸਚਨ ਦਾ ਮੀਨਸ ਹੈ ਕਿ ਇਹ ਕਮਜ਼ੋਰ ਲੋਕ ਕੌਣ ਨੇ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦੀ ਸੁਰੱਖਿਆ ਦੀ ਲੋੜ ਹੈ। ਇਹ ਕਮਜ਼ੋਰ ਲੋਕ ਰੂਰਲ ਔਰ ਅਰਬਨ ਏਰੀਆਸ ਦੇ ਵਿੱਚ ਅਲੱਗ-ਅਲੱਗ ਨੇ। ਰੂਰਲ ਏਰੀਆ ਦੇ ਵਿੱਚ ਕੋਈ ਲੈਂਡਲੈਸ ਐਗਰੀਕਲਚਰ ਫਾਰਮਰ ਮਤਲਬ ਜਿਹੜੇ ਕਿਸਾਨਾਂ ਦੇ ਕੋਲ ਆਪਣੀ ਜ਼ਮੀਨ ਨਹੀਂ ਹੁੰਦੀ, ਉਹ ਲੇਬਰ ਦਾ ਵਰਕ ਕਰਦੇ ਨੇ, ਜਾਂ ਬਹੁਤ ਹੀ ਘੱਟ ਜ਼ਮੀਨ ਹੁੰਦੀ ਆ, ਜਾਂ ਕੁਛ ਸ਼ੇਅਰ ਕ੍ਰੋਪਰਸ ਇੱਕ ਦੂਸਰੇ ਨਾਲ ਆਪਣੀ ਫਸਲ ਸ਼ੇਅਰ ਕਰਦੇ ਆ, ਹਿੱਸੇ 'ਤੇ ਫਸਲ ਬੀਜਦੇ ਆ, ਜਾਂ ਆਰਟੀਸ਼ਨ ਹੋਣ ਕੋਈ ਵੀਵਰ, ਬਲੈਕ ਸਮਿਥ, ਕਾਰਪੈਂਟਰ, ਗੋਲਡ ਸਮਿਥ, ਇਹ ਸਾਰੇ ਹੀ ਲੋਕ ਰੂਰਲ ਏਰੀਏ ਵਿੱਚ ਕਮਜ਼ੋਰ ਮੰਨੇ ਜਾਂਦੇ ਹਨ। ਦੂਸਰੀ ਸਾਈਡ 'ਤੇ ਸਾਡੇ ਕੋਲ ਆ ਜਾਂਦਾ ਅਰਬਨ ਏਰੀਆਸ। ਅਰਬਨ ਏਰੀਆਸ ਦੇ ਵਿੱਚ ਕੋਈ ਸਮਾਲ ਸਕਿੱਲ ਇੰਡਸਟਰੀਜ਼ ਮਤਲਬ ਛੋਟੀਆਂ ਫੈਕਟਰੀਆਂ, ਕੋਈ ਕੈਜੂਅਲ ਵਰਕਰ ਜੋ ਕੰਸਟਰਕਸ਼ਨ ਦੇ ਕੰਮ ਵਿੱਚ ਲੱਗੇ ਨੇ, ਟ੍ਰੇਡ ਵਪਾਰੀ, ਜਾਂ ਕੋਈ ਛੋਟੀਆਂ ਗੱਡੀਆਂ ਵਾਲੇ ਟਰਾਂਸਪੋਰਟਰ, ਜਾਂ ਕਹਿ ਲਓ ਗਲੀਆਂ ਦੇ ਵਿੱਚ ਜੋ ਵੈਂਡਰਸ ਫਿਰਦੇ ਆ, ਸਬਜ਼ੀ ਜਾਂ ਫਲ ਫਰੂਟ ਵੇਚਦੇ ਆ, ਹੈੱਡ ਲੋਡ ਵਰਕਰਸ, ਕੁਝ ਲੋਕ ਜਿਹੜੇ ਸਿਰਾਂ ਦੇ ਉੱਪਰ ਭਾਰ ਢੋਂਦੇ ਆ, ਗਾਰਮੈਂਟਸ ਮੇਕਰ ਐਂਡ ਰੈਗ ਪਿਕਰਸ। ਰੈਗ ਪਿਕਰਸ ਮੀਨਸ ਜੋ ਲੋਕ ਪਾਰਟੀਆਂ ਪੁਰਾਣੀਆਂ ਚੀਜ਼ਾਂ ਦੇ ਜਾਂ ਟੁੱਟੀਆਂ ਚੀਜ਼ਾਂ ਦੇ ਟੁਕੜੇ ਵਗੈਰਾ ਇਕੱਠੇ ਕਰਦੇ ਆ। ਇਹਨਾਂ ਸਾਰਿਆਂ ਲੋਕਾਂ ਨੇ ਇਕਨੋਮਿਕਲੀ ਕਮਜ਼ੋਰ ਮੰਨਿਆ ਜਾਂਦਾ ਹੈ। ਇਹ ਕੈਜੂਅਲ ਵਰਕਰ ਆਮ ਜਿਹੜੇ ਵਰਕਰਸ ਨੇ ਰੂਰਲ ਔਰ ਅਰਬਨ ਏਰੀਆਸ ਦੇ ਵਿੱਚ, ਇਹਨਾਂ ਨੂੰ ਦੋਨਾਂ ਨੂੰ ਹੀ ਸੁਰੱਖਿਅਤ ਕਰਨ ਦੀ, ਪ੍ਰੋਟੈਕਟ ਕਰਨ ਦੀ ਲੋੜ ਹੈ, ਕਿਉਂਕਿ ਇਹ ਆਮ ਤੌਰ 'ਤੇ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ ਜਾਂ ਬੈਕਵਰਡ ਕਮਿਊਨਿਟੀ ਦੇ ਨਾਲ ਸੰਬੰਧਿਤ ਰੱਖਦੇ ਹਨ। ਇਸ ਕਰਕੇ ਇਹ ਇੱਕ ਤਾਂ ਇਕਨੋਮਿਕਲੀ ਕਮਜ਼ੋਰ ਹੁੰਦੇ ਹਨ, ਦੂਜਾ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਇਹਨਾਂ ਨੂੰ ਨੀਵੇਂ ਲੋਕ ਸਮਝ ਕੇ ਸੋਸ਼ਲੀ ਤੌਰ 'ਤੇ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਇਹਨਾਂ ਨੂੰ ਬਹੁਤ ਇਕਨੋਮਿਕਲ ਐਂਡ ਦਾ ਸੋਸ਼ਲ ਤੌਰ 'ਤੇ ਇਹਨਾਂ ਦੇ ਵਿਕਾਸ ਦੀ, ਇਹਨਾਂ ਦੇ ਪ੍ਰੋਟੈਕਸ਼ਨ ਦੀ ਲੋੜ ਹੈ, ਜਿਸ ਵਾਸਤੇ ਗੌਰਮੈਂਟ ਨੇ ਕੁਝ ਸਪੈਸ਼ਲ ਲਾਅ ਵੀ ਜਿਹੜੇ ਤਿਆਰ ਕੀਤੇ ਨੇ ਤਾਂ ਕਿ ਇਹ ਲੋਕ ਸੋਸਾਇਟੀ ਵਿੱਚ ਆਪਣਾ ਡਿਗਨਿਟੀ ਵਾਲਾ ਜੀਵਨ ਬਤੀਤ ਕਰ ਲੈਣ ਅਤੇ ਇਹਨਾਂ ਨੂੰ ਦੂਸਰੇ ਲੋਕਾਂ ਵਾਂਗ ਇਕਨੋਮਿਕਲੀ ਸਟਰੋਂਗ ਹੋਣ ਦੇ ਬਰਾਬਰ ਦੇ ਓਪਰਚੁਨਿਟੀਜ਼ ਦਿੱਤੀਆਂ ਜਾ ਸਕਣ। ਨੈਕਸਟ ਸਾਡੇ ਕੋਲ ਸਾਡਾ ਲਾਸਟ ਟੌਪਿਕ ਆ ਜਾਂਦਾ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਓਨਰਸ਼ਿਪ ਮੀਨਸ ਮਾਲਕੀ ਦੇ ਆਧਾਰ 'ਤੇ ਅਸੀਂ ਇਕਨੋਮਿਕ ਸੈਕਟਰ ਦੀ 2 ਪਾਰਟਸ ਵਿੱਚ ਡਿਵੀਜ਼ਨ ਕਰ ਸਕਦੇ ਹਾਂ। ਵਨ ਇਜ਼ ਪਬਲਿਕ ਸੈਕਟਰ ਐਂਡ ਸੈਕੰਡ ਇਜ਼ ਪ੍ਰਾਈਵੇਟ ਸੈਕਟਰ। ਪਬਲਿਕ ਸੈਕਟਰ ਗੌਰਮੈਂਟ ਦੇ ਅਧੀਨ ਆਉਂਦੇ ਹਨ, ਮਤਲਬ ਇਹਨਾਂ ਸੈਕਟਰ ਦੀ ਮਾਲਕ ਗੌਰਮੈਂਟ ਹੁੰਦੀ ਹੈ। ਇਸ ਕਰਕੇ ਜੋ ਡਿਪਾਰਟਮੈਂਟਸ ਪਬਲਿਕ ਸੈਕਟਰ ਦੇ ਅਧੀਨ ਆਉਂਦੇ ਹਨ, ਇਹਨਾਂ ਵਿੱਚ ਸਰਵਿਸ ਸਾਨੂੰ ਗੌਰਮੈਂਟ ਵੱਲੋਂ ਦਿੱਤੀ ਜਾਂਦੀ ਹੈ, ਜਦ ਕਿ ਪ੍ਰਾਈਵੇਟ ਸੈਕਟਰ ਦਾ ਮਾਲਕ ਕੋਈ ਇੱਕ ਆਦਮੀ ਜਾਂ ਕੋਈ ਇੱਕ ਪਰਿਵਾਰ ਜਾਂ ਕੁਝ ਆਦਮੀ ਹੁੰਦੇ ਹਨ। ਇਸ ਕਰਕੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੋ ਡਿਪਾਰਟਮੈਂਟ ਹੁੰਦੇ ਹਨ, ਉਹਨਾਂ ਡਿਪਾਰਟਮੈਂਟਸ ਦੇ ਅਧੀਨ ਜੋ ਸੇਵਾ ਦਿੱਤੀ ਜਾਂਦੀ ਹੈ, ਉਹ ਸਾਨੂੰ ਇਹਨਾਂ ਮਾਲਕਾਂ ਵੱਲੋਂ ਦਿੱਤੀ ਜਾਂਦੀ ਹੈ। ਉਸ ਦੇ ਵਿੱਚ ਗੌਰਮੈਂਟ ਦਾ ਕੋਈ ਰੋਲ ਨਹੀਂ ਹੁੰਦਾ। ਸਾਨੂੰ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਜਿਵੇਂ ਪੋਸਟ ਆਫਿਸ ਨੇ, ਟ੍ਰੇਨਸ ਨੇ, ਇਹ ਦੋਨੋਂ ਡਿਪਾਰਟਮੈਂਟ ਗੌਰਮੈਂਟ ਦੇ ਅਧੀਨ ਨੇ, ਮਤਲਬ ਇਹਨਾਂ ਦੀ ਮਾਲਕ ਗੌਰਮੈਂਟ ਆ। ਇਸ ਕਰਕੇ ਅਸੀਂ ਟ੍ਰੇਨ ਦੀ ਸਰਵਿਸ ਯੂਜ਼ ਕਰਦੇ ਹਾਂ ਜਾਂ ਪੋਸਟ ਆਫਿਸ ਦੀ ਸਰਵਿਸ ਯੂਜ਼ ਕਰਦੇ ਹਾਂ, ਇਹਦਾ ਜੋ ਵੀ ਅਸੀਂ ਚਾਰਜਿਸ ਦੇਵਾਂਗੇ ਉਹ ਸਿੱਧਾ ਗੌਰਮੈਂਟ ਦੇ ਕੋਲ ਪਹੁੰਚਣਗੇ। ਜਦ ਕਿ ਦੂਸਰੀ ਸਾਈਡ 'ਤੇ ਪ੍ਰਾਈਵੇਟ ਸੈਕਟਰ ਦੀ ਸਾਨੂੰ ਐਗਜ਼ਾਮਪਲ ਦਿੱਤੀ ਗਈ ਹੈ, ਇੱਕ ਟਿਸਕੋ ਕੰਪਨੀ ਹੈ ਜੋ ਕਿ ਸਟੀਲ ਤਿਆਰ ਕਰਦੀ ਹੈ, ਔਰ ਇੱਕ ਰਿਲਾਇੰਸ ਕੰਪਨੀ ਹੈ। ਇਹਨਾਂ ਦੋਨਾਂ ਵੱਲੋਂ ਜੋ ਵੀ ਪ੍ਰੋਡਕਟ ਤਿਆਰ ਕੀਤੇ ਜਾਂਦੇ ਜਾਂ ਜੋ ਵੀ ਸਰਵਿਸ ਦਿੱਤੀ ਜਾਂਦੀ ਹੈ, ਇਹ ਇਹਨਾਂ ਦੀ ਪ੍ਰਾਈਵੇਟ ਸੈਕਟਰ ਦੇ ਅਧੀਨ ਆਉਂਦੇ ਨੇ। ਇਸ ਕਰਕੇ ਇਹਨਾਂ ਦੇ ਪ੍ਰੋਡਕਟ ਅਸੀਂ ਯੂਜ਼ ਕਰਦੇ ਹਾਂ, ਜੋ ਵਰਤਦੇ ਹਾਂ, ਇਹ ਸਾਰਾ ਪੈਸਾ ਇਹਨਾਂ ਪ੍ਰਾਈਵੇਟ ਸੈਕਟਰ ਦੇ ਕੋਲ ਜਾਏਗਾ ਅਤੇ ਇਸ ਦੇ ਮਾਲਕ ਪ੍ਰਾਈਵੇਟ ਸੈਕਟਰ ਦੇ ਐਂਟਰਪ੍ਰੈਨਰਸ ਹੀ ਹੋਣਗੇ। ਗੌਰਮੈਂਟ ਸੈਕਟਰ ਵਿੱਚ ਗੌਰਮੈਂਟ ਦੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਸਰਵਿਸ ਦਿੱਤੀ ਜਾਵੇ, ਜਦਕਿ ਪ੍ਰਾਈਵੇਟ ਸੈਕਟਰ ਵਿੱਚ ਪ੍ਰਾਈਵੇਟ ਮਾਲਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ। ਇਸ ਕਰਕੇ ਗੌਰਮੈਂਟ ਵੱਲੋਂ ਜੋ ਵੀ ਸਕੂਲ, ਕਾਲਜਿਸ ਜਾਂ ਬੱਸਿਸ ਚੱਲਦੀਆਂ ਨੇ, ਉਹਨਾਂ ਦਾ ਫੇਅਰ, ਉਹਨਾਂ ਦੇ ਪੈਸੇ ਘੱਟ ਲੱਗਦੇ ਆ, ਔਰ ਜੋ ਪ੍ਰਾਈਵੇਟ ਨਿੱਜੀ ਮਾਲਕਾਂ ਵੱਲੋਂ ਚਲਾਈਆਂ ਜਾਂਦੀਆਂ ਨਾ, ਉਹਨਾਂ ਵਾਸਤੇ ਸਾਨੂੰ ਉਹ ਸਰਵਿਸ ਯੂਜ਼ ਕਰਨ ਲਈ ਵੱਧ ਪੈਸਾ ਖਰਚਣਾ ਪੈਂਦਾ ਹੈ। ਗੌਰਮੈਂਟ ਵੱਲੋਂ ਸਾਨੂੰ ਸਹੂਲਤਾਂ ਦੇਣ ਦਾ ਇੱਕ ਕਾਰਨ ਇਹ ਵੀ ਆ ਕਿ ਅਸੀਂ ਗੌਰਮੈਂਟ ਨੂੰ ਟੈਕਸ ਪੇ ਕਰਦੇ ਹਾਂ। ਇਸ ਤੋਂ ਇਲਾਵਾ ਗੌਰਮੈਂਟ ਨੂੰ ਸਾਡੇ ਦੇਸ਼ ਦੀ ਪਬਲਿਕ ਦਾ ਪਤਾ ਹੈ ਕਿ ਉਹ ਇੰਨੀ ਇਕਨੋਮਿਕਲੀ ਸਟਰੋਂਗ ਨਹੀਂ ਹੈ, ਉਹ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਾਲੇ ਵੀ ਕੋਈ ਇੰਨਾ ਪੈਸਾ ਨਹੀਂ ਖਰਚ ਕਰ ਸਕਦੇ, ਕੋਈ ਆਪਣੇ ਤੌਰ 'ਤੇ ਡੈਮ ਨਹੀਂ ਬਣਾ ਸਕਦਾ, ਇਲੈਕਟ੍ਰੀਸਿਟੀ ਤਿਆਰ ਨਹੀਂ ਕਰ ਸਕਦਾ। ਇਸ ਕਰਕੇ ਵੱਡੇ ਵੱਡੇ ਜਿਹੜੇ ਵਰਕ ਹੈ, ਇਹਨਾਂ ਵਿੱਚ ਗੌਰਮੈਂਟ ਇਨਵੈਸਟ ਕਰਕੇ ਲੋਕਾਂ ਨੂੰ ਫੈਸਿਲਿਟੀਜ਼ ਦਿੰਦੀ ਆ। ਅਗਰ ਕੋਈ ਪ੍ਰਾਈਵੇਟ ਸੈਕਟਰ ਵਾਲਾ, ਜਿਸ ਤਰ੍ਹਾਂ ਰਿਲਾਇੰਸ ਕੰਪਨੀ ਆ, ਉਹ ਮੰਨ ਲਓ ਕਿ ਕੋਈ ਡੈਮ ਤਿਆਰ ਕਰ ਵੀ ਲੈਂਦੀ ਆ, ਕੋਈ ਏਅਰਪੋਰਟ ਆਪਣਾ ਖੋਲ੍ਹ ਲੈਂਦੀ ਆ, ਰੇਲਵੇ ਟਰੈਕ 'ਤੇ ਕੋਈ ਰੇਲਵੇ ਟ੍ਰੇਨ ਚਲਾ ਦਿੰਦੀ ਆ,
ਤਾਂ ਫਿਰ ਕੀ ਹੋਏਗਾ ਕਿ ਉਹਨਾਂ ਵੱਲੋਂ ਜੋ ਸਰਵਿਸ ਦਿੱਤੀ ਜਾਏਗੀ ਉਹਦਾ ਫੇਅਰ, ਉਸਦਾ ਰੈਂਟ ਆਮ ਜੋ ਪਬਲਿਕ ਦਾ ਰੇਟ ਹੈ ਉਸ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗਾ, ਜਿਸ ਨੂੰ ਯੂਜ਼ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਪਬਲਿਕ ਸੈਕਟਰ ਦੀ ਇੱਕ ਖਾਸੀਅਤ ਹੋਰ ਹੈ ਕਿ ਇਸ ਸੈਕਟਰ ਨੂੰ ਕਿਸੇ ਦੀ ਸਪੋਰਟ ਦੀ ਲੋੜ ਨਹੀਂ ਪੈਂਦੀ। ਇਸ ਸੈਕਟਰ ਦੇ ਵਿੱਚ ਗੌਰਮੈਂਟ ਨੂੰ ਘਾਟਾ ਪੈਂਦਾ ਹੈ ਜਾਂ ਪ੍ਰੋਫਿਟ ਹੁੰਦਾ ਹੈ, ਪ੍ਰੋਫਿਟ ਹੋਵੇ ਜਾਂ ਲਾਸ ਹੋਵੇ, ਗੌਰਮੈਂਟ ਆਪਣਾ ਕੰਮ ਲਗਾਤਾਰ ਕਰਦੀ ਜਾਂਦੀ ਰਹਿੰਦੀ ਆ। ਪਰ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਸੇ ਮਾਲਕ ਨੂੰ ਘਾਟਾ ਪੈ ਜਾਂਦਾ ਉਹ ਆਪਣੀ ਪ੍ਰੋਡਕਸ਼ਨ ਬੰਦ ਕਰ ਦਿੰਦਾ ਹੈ। ਵੈਸੇ ਬਹੁਤ ਸਾਰੀਆਂ ਛੋਟੀਆਂ ਇੰਡਸਟਰੀਜ਼ ਆ ਜੋ ਉਹ ਆਪਣੀ ਹੈਲਪ ਵਾਸਤੇ ਗੌਰਮੈਂਟ ਵੱਲ ਵੇਖਦੀਆਂ ਰਹਿੰਦੀਆਂ ਕਿ ਗੌਰਮੈਂਟ ਸਾਡੀ ਹੈਲਪ ਕਰਦੀ ਰਹੇ। ਜਿਵੇਂ ਛੋਟੀਆਂ ਇੰਡਸਟਰੀਆਂ ਦੇ ਵਿੱਚ ਜੋ ਇਲੈਕਟ੍ਰੀਸਿਟੀ ਯੂਜ਼ ਕੀਤੀ ਜਾਂਦੀ ਆ ਉਸ ਦਾ ਰੇਟ ਆਮ ਇਲੈਕਟ੍ਰੀਸਿਟੀ ਦੇ ਨਾਲੋਂ ਘੱਟ ਹੁੰਦਾ ਹੈ। ਅਗਰ ਗੌਰਮੈਂਟ ਉਹ ਇਲੈਕਟ੍ਰੀਸਿਟੀ 'ਤੇ ਸਬਸਿਡੀ ਦੇਣੀ ਬੰਦ ਕਰ ਦੇਵੇ ਤਾਂ ਕੰਪਨੀ ਆਪਣੀ ਪ੍ਰੋਡਕਸ਼ਨ ਬੰਦ ਕਰ ਦਿੰਦੀ ਹੈ ਜਾਂ ਆਪਣੇ ਪ੍ਰੋਡਕਟ ਮਹਿੰਗੇ ਰੇਟ 'ਤੇ ਵੇਚਣੇ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਅਸੀਂ ਫਾਰਮਰ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਜਦੋਂ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਵੇਚਣ ਵਾਸਤੇ ਜਾਂਦਾ ਹੈ, ਮੰਡੀ ਦੇ ਵਿੱਚ ਗੌਰਮੈਂਟ ਵੱਲੋਂ ਖਰੀਦ ਕੀਤੀ ਜਾਂਦੀ ਹੈ, ਜਿਸ ਨੂੰ ਅਸੀਂ ਸਰਕਾਰੀ ਬੋਲੀ ਜਾਂ ਸਰਕਾਰੀ ਖਰੀਦ ਆਖਦੇ ਹਾਂ। ਅਗਰ ਸਰਕਾਰ ਕਿਸਾਨ ਦੀ ਫਸਲ ਵਾਸਤੇ ਕੋਈ ਰੇਟ ਨਿਸ਼ਚਿਤ ਨਹੀਂ ਕਰੇਗੀ ਤਾਂ ਫਿਰ ਪ੍ਰਾਈਵੇਟ ਸੈਕਟਰ ਵਾਲੇ ਆਪਣੀ ਮਨਮਰਜ਼ੀ ਦਾ ਰੇਟ ਲਾ ਕੇ ਕਿਸਾਨ ਦੀ ਲੁੱਟ ਕਰ ਸਕਦੇ ਆ। ਸੋ ਗੌਰਮੈਂਟ ਵੱਲੋਂ ਹਰ ਸੀਜ਼ਨ ਤੋਂ ਪਹਿਲਾਂ ਹੀ ਇੱਕ ਸਰਕਾਰੀ ਰੇਟ ਕਿਸੇ ਵੀ ਫਸਲ ਦਾ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ। ਅਜਿਹੇ ਮਾਮਲੇ ਵਿੱਚ ਜੋ ਸਾਡੀਆਂ ਰਬੀ ਕ੍ਰੌਪਸ ਜਾਂ ਖਰੀਫ ਕ੍ਰੌਪਸ ਹੈ, ਇਹਨਾਂ ਦੇ ਮਾਮਲੇ ਵਿੱਚ ਪੱਕਾ ਨਿਸ਼ਚਿਤ ਤੌਰ 'ਤੇ ਹੀ ਰੇਟ ਫਿਕਸ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਘੱਟੋ ਘੱਟ ਸਮਰਥਨ ਮੁੱਲ ਆਖਦੇ ਹਾਂ। ਇਸ ਦਾ ਕਿਸਾਨ ਅਤੇ ਕੰਜ਼ਿਊਮਰ ਗ੍ਰਾਹਕ ਦੋਹਾਂ ਨੂੰ ਫਾਇਦਾ ਹੁੰਦਾ ਹੈ। ਅਗਰ ਸਰਕਾਰ ਨੂੰ ਫਸਲ ਖਰੀਦਣ ਵਾਸਤੇ ਕੁਝ ਵੱਧ ਪੈਸੇ ਖਰਚ ਕੇ ਘਾਟਾ ਵੀ ਪੈਂਦਾ ਹੈ ਤਾਂ ਸਰਕਾਰ ਇਹ ਘਾਟਾ ਸਹਿ ਲੈਂਦੀ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਪ੍ਰਾਇਮਰੀ ਰਿਸਪੌਂਸਿਬਿਲਿਟੀਜ਼ ਗੌਰਮੈਂਟ ਦੀਆਂ ਨੇ ਜਿਨ੍ਹਾਂ ਦੇ ਉੱਪਰ ਗੌਰਮੈਂਟ ਨੂੰ ਸਪੈਂਡ ਕਰਨ ਦੀ ਲੋੜ ਹੈ, ਜਿਵੇਂ ਕਿ ਲੋਕਾਂ ਦੀ ਸਿਹਤ ਨੂੰ ਸੁਧਾਰਨ ਵਾਸਤੇ ਵੱਧ ਤੋਂ ਵੱਧ ਹੈਲਥ ਕੇਅਰ ਸੈਂਟਰ ਜਿਹੜੇ ਉਹ ਬਣਾਏ ਜਾਣ, ਐਜੂਕੇਸ਼ਨ ਦਿੱਤੀ ਜਾਵੇ, ਲੋਕਾਂ ਨੂੰ ਐਲੀਮੈਂਟਰੀ ਐਜੂਕੇਸ਼ਨ ਹੈ ਜਿਹੜਾ ਉਹ ਦਿੱਤੀ ਜਾਵੇ ਤਾਂ ਕਿ ਜੋ ਸਾਡੇ ਦੇਸ਼ ਦਾ ਇਲੀਟਰੇਟ ਰੇਟ ਕਾਫੀ ਹਾਈ ਆ ਉਸ ਰੇਟ ਨੂੰ ਘਟਾਇਆ ਜਾ ਸਕੇ। ਇਲੀਟਰੇਸ਼ਨ ਦੀ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੈ ਜਿਹਨੂੰ ਬੋਲਿਆ ਜਾਏ ਮਲਨੋਰਿਸ਼ਡ। ਮਲਨੋਰਿਸ਼ਡ ਹੁੰਦਾ ਹੈ ਕਿ ਪੌਸ਼ਟਿਕ ਤੱਤਾਂ ਦੀ ਘਾਟ। ਇੰਡੀਆ ਦੇ ਵਿੱਚ 50% ਬੱਚੇ ਅਜਿਹੇ ਨੇ ਜਿਨ੍ਹਾਂ ਨੂੰ ਪੌਸ਼ਟਿਕ ਤੱਤਾਂ ਦੀ ਘਾਟ ਆ, ਔਰ ਇਸ ਦੇ ਵਿੱਚੋਂ 1/4 ਚੌਥਾ ਹਿੱਸਾ ਅਜਿਹੇ ਬੱਚੇ ਨੇ ਜੋ ਬਹੁਤ ਜ਼ਿਆਦਾ ਬਿਮਾਰ ਹੈ, ਜਿਨ੍ਹਾਂ ਦਾ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਇੰਡੀਆ ਦੇ ਵਿੱਚ 40% ਉੜੀਸਾ ਔਰ 51% ਮੱਧ ਪ੍ਰਦੇਸ਼ ਵਿੱਚ ਮੋਰਟੈਲਿਟੀ ਰੇਟ ਹੈ। ਮੋਰਟੈਲਿਟੀ ਰੇਟ ਹੁੰਦਾ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਦੀ ਡੈਥ ਹੋ ਜਾਣੀ। ਸੋ ਗੌਰਮੈਂਟ ਅਗਰ ਚਿਲਡਰਨ ਨੂੰ ਆਪਣੇ ਦੇਸ਼ ਦਾ ਫਿਊਚਰ ਮੰਨਦੀ ਹੈ, ਬੱਚਿਆਂ ਨੂੰ ਭਵਿੱਖ ਮੰਨਦੀ ਹੈ, ਤਾਂ ਗੌਰਮੈਂਟ ਨੂੰ ਚਾਹੀਦਾ ਹੈ ਕਿ ਇਸ ਪਾਸੇ ਜਿਹੜਾ ਅਟੈਂਸ਼ਨ ਦਿੱਤੀ ਜਾਵੇ, ਧਿਆਨ ਦਿੱਤਾ ਜਾਵੇ, ਇਸ ਮੋਰਟੈਲਿਟੀ ਰੇਟ ਨੂੰ ਘਟਾਇਆ ਜਾ ਸਕੇ ਅਤੇ ਬੱਚਿਆਂ ਦੇ ਜੀਵਨ ਨੂੰ ਬਚਾਉਣ ਵਾਸਤੇ ਜੋ ਫੈਸਿਲਿਟੀ ਦੀ ਲੋੜ ਆ, ਸਾਫ ਸਫਾਈ ਦੀ, ਸਾਫ ਪਾਣੀ ਦੀ, ਰਹਿਣ ਦਾ ਘਰ ਜਾਂ ਨਿਊਟ੍ਰੀਸ਼ਨ ਜੋ ਵੀ ਲੋੜ ਹੈ ਉਹ ਪ੍ਰੋਵਾਈਡ ਕੀਤਾ ਜਾ ਸਕੇ। ਖਾਸ ਕਰਕੇ ਜੋ ਰੂਰਲ ਏਰੀਆ ਆ, ਪਛੜੇ ਰਿਮੋਟ ਏਰੀਆ ਆ, ਜਿਨ੍ਹਾਂ ਦੇ ਵਿੱਚ ਬੈਕਵਰਡ ਲੋਕ ਰਹਿੰਦੇ ਆ, ਉਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ।